ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਅੱਜ ਬਹੁਤ ਹੀ ਇੱਕ ਖਾਸ ਗੱਲ ਦੇ ਉੱਪਰ ਚਰਚਾ ਕਰਨ ਜਾ ਰਹੇ ਹਾਂ। ਚਰਚਾ ਕਰਨੀ ਹੈ ਅੱਜ ਮੋਟਾਪੇ ਦੇ ਉੱਪਰ, ਜਿਸ ਨੂੰ ਲੈ ਕੇ ਬਹੁਤ ਸਾਰੀ ਦੁਨੀਆ ਪਰੇਸ਼ਾਨ ਚੱਲ ਰਹੀ ਹੈ, ਕਿਉਂਕਿ ਕਈ ਵਾਰੀ ਕੁਝ ਲੋਕ ਡਾਈਟਿੰਗ ਕਰਕੇ ਵੀ ਵੇਖ ਲੈਂਦੇ ਨੇ, ਜਿਮ ਜਾ ਕੇ ਵੀ ਵੇਖ ਲੈਂਦੇ ਨੇ, ਪਰ ਮੋਟਾਪੇ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ। ਆਖਿਰ ਇਹ ਮੋਟਾਪਾ ਓਬੈਸਿਟੀ ਹੈ ਕੀ ਤੇ ਕਿੰਨਾ ਕੁ ਖਤਰਨਾਕ ਹੈ ਸਾਡੇ ਲਈ, ਤੇ ਸਾਨੂੰ ਕਿਵੇਂ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ, ਇਸੇ ਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ। ਤੇ ਅੱਜ ਦੀ ਗੱਲਬਾਤ ਲਈ ਅਸੀਂ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੈ ਜੀ ਐਮੀਨੈਂਟ ਬੈਰੀਐਟ੍ਰਿਕ ਐਂਡ weight loss ਸਰਜਨ ਡਾਕਟਰ ਸਾਹਿਲ ਅਰੋੜਾ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ, ਦੇਖੋ ਅੱਜ ਕੱਲ੍ਹ ਦੇ ਜੋ ਲਾਈਫ ਸਟਾਈਲ ਦੀ ਆਪਾਂ ਗੱਲ ਕਰੀਏ, ਹਰ ਕੋਈ ਬਹੁਤ ਭੱਜ ਰਿਹਾ, ਖਾਣ ਪੀਣ ਦਾ ਪਤਾ ਨਹੀਂ ਹੈ, ਪਰ ਹਰ ਕੋਈ ਚਾਹੁੰਦਾ ਅਸੀਂ ਡਾਈਟਿੰਗ ਕਰ ਲਈਏ, ਜਿਮ ਜਾਈਏ, ਪਤਲੇ ਹੋ ਜਾਈਏ। ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗੀ ਮੋਟਾਪਾ ਹੈ ਕੀ ਔਰ ਕਿੰਨਾ ਕੁ ਖਤਰਨਾਕ ਹੈ। देखो, मोटापा एक बीमारी है जी। एंड ये एक ऐसी बीमारी है जो कि सारी बीमारियों की जड़ है जी। ये जो बीमारियां ਅੱਜ ਦੇ ਜ਼ਮਾਨੇ 'ਚ ਹੈਗੀਆਂ ਉਹ ਪਹਿਲਾਂ ਜ਼ਮਾਨੇ 'ਚ ਨਹੀਂ ਸੀ। ਨਹੀਂ ਸੀ ਬਿਲਕੁਲ। So these ਬਿਮਾਰੀਆਂ ਆਰ ਮੈਨ ਮੇਡ, ਆਪਾਂ ਬਣਾਈਆਂ, ਰੱਬ ਨੇ ਨਹੀਂ ਦਿੱਤੀਆਂ ਸੀ। ਜੀ। ਐਂਡ ਜੇ ਮੋਟਾਪਾ ਨੂੰ ਲਈਏ, ਮੋਟਾਪਾ ਇੱਕ ਐਸੀ ਬਿਮਾਰੀ ਹੈ ਜੋ ਕਿ ਸਿਰ ਤੋਂ ਲੈ ਕੇ ਪੈਰ ਤੱਕ ਹਰ ਚੀਜ਼ ਨੂੰ ਅਫੈਕਟ ਕਰਦਾ ਹੈ। ਓਕੇ। ਸਿਰ ਤੇ ਆ ਜੇ ਡਿਪਰੈਸ਼ਨ, ਹੈਡੇਕ, ਮਾਈਗ੍ਰੇਨ, ਜੀ। ਥੱਲੇ ਆ ਜਾਈਏ ਤਾਂ ਲੋਕਾਂ ਨੂੰ ਸ਼ੂਗਰ ਕਰਕੇ ਡਾਇਬਟੀਜ਼ ਨਾਲ ਹੀ ਰਿਲੇਟਡ ਮੋਟਾਪੇ ਦੇ, ਫਿਰ ਕੈਟਰੈਕਟ, ਮੋਤੀਆ ਬਿੰਦੂ, ਅੱਜ ਕੱਲ੍ਹ ਬਹੁਤ ਕੈਟਰੈਕਟ ਸਰਜਰੀ ਵੱਧ ਗਈ ਹੈ। ਜੀ। ਥੱਲੇ ਆ ਜਾਈਏ ਤਾਂ ਖਰਾੜੇ, ਸਾਹ। ਜੀ। ਇੱਥੇ ਆ ਜਾਈਏ ਹਾर्ट, फिर निमोनिया, फिर सांस चढ़ना। आजकल जो डेडली डिजीज फैली है कोविड, जो कि एक प्रकार का निमोनिया है, एंड दैट इज जे किसी मोटे बंदे ਨੂੰ ਹੋ ਜਾਏ, दैट इज वेरी वेरी डेंजरस फॉर हिम एज कंपेयर टू फिट पेशेंट्स। जी। देन वी गो डाउन फैटी लिवर, देन वी गो गॉल ब्लैडर स्टोन्स, एनी सर्जरीज हो रही हैं, पैनक्रियाटिक कैंसर, यंग फीमेल्स आर सफरिंग फ्रॉम इनफर्टिलिटी, गोड्या दे दर्द, नी रिप्लेसमेंट सर्जरी बहुत ज्यादा ਵੱਧ ਗਈ ਹੈ, कार्डियक स्टंटिंग बहुत ज्यादा ਵੱਧ ਗਈ है। Ultimately these are related to one is called a lifestyle changes, जिसमें मोटापा, जिस करके मोटापा आ रहा है। जी। Secondly, मोटापा शुगर ਨੂੰ लेके आ रहा है, जो कि हर बीमारी ਦੀ ਜੜ बनती जा रही है। जी। So जो ओवरऑल देखा जाए, it affects each and every part of the body, ਬਿਲਕੁਲ, indirectly or directly। ਜੇ ਆਪਾਂ ਇਸ ਮੋਟਾਪੇ ਤੋਂ ਛੁਟਕਾਰਾ ਪਾ ਲਈਏ, ਆਪਾਂ ਇਹ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ, ਜੇ ਹੋਣ ਵਾਲੀ ਬਿਮਾਰੀ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ, ਤੇ ਆਪਣੀ ਜ਼ਿੰਦਗੀ ਲੰਬੀ, ਸੌਖੀ ਤੇ ਬਿਮਾਰੀ ਰਹਿਤ ਬਣਾ ਸਕਦੇ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਨਾ ਓਬੈਸਿਟੀ ਦੀ, ਤਾਂ ਇੱਕ ਮੈਡੀਕਲ ਟਰਮ ਹੋਰ ਯੂਜ਼ ਕੀਤੀ ਜਾਂਦੀ ਹੈ ਅੱਜ ਕੱਲ, ਮੋਰਬਿਡ ਓਬੈਸਿਟੀ। ਇਸ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੀ, ਤਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਸ਼ੋਅ ਵੇਖ ਰਹੇ ਨੇ ਅਵੇਅਰ ਹੋਣ, ਜਾਣ ਸਕਣ ਹਰ ਇੱਕ ਪਹਿਲੂ ਨੂੰ। ਜੇ ਮੋਰਬਿਡ ਓਬੈਸਿਟੀ मतलब ਮੋਟਾਪਾ ਕਰਕੇ ਬਿਮਾਰੀਆਂ ਹੋਣੀਆਂ। ਓਕੇ ਜੀ। ਇੱਕ ਹੁੰਦਾ ਨਾਰਮਲ ਮੋਟਾਪਾ, ਪਰ ਉਸ ਤੋਂ ਬਾਅਦ ਜਦੋਂ ਇਫੈਕਟ ਕਰਨ ਲੱਗਦਾ ਹੈ। ਜੀ। ਇਹ ਬਿਮਾਰੀਆਂ ਆਪਣੇ ਹਰ ਘਰ 'ਚ ਹੈ। ਜੀ। ਆਪਾਂ ਕਹਿੰਦੇ ਆ ਥੋੜਾ ਜਿਹਾ ਬੰਦਾ ਮੋਟਾ ਹੋ ਜਾਂਦਾ, ਕਹਿੰਦੇ ਖਾਣ ਪੀਣ ਵਾਲਾ ਹੈ। ਜੇ ਥੋੜਾ ਬਹੁਤ ਵੀ ਬੰਦਾ ਰਾਤੀ ਸੌਣ ਲੱਗੇ ਖਰਾੜੇ ਬਹੁਤ ਜ਼ੋਰ ਦੀ ਲੈਂਦੇ, ਆਪਣੇ ਪੰਜਾਬੀਆਂ 'ਚ ਖਾਸ ਕਰਕੇ ਬਹੁਤ ਕਾਮਨ ਹੈ। ਜੀ। ਤੇ ਆਪਾਂ ਕਹਿੰਦੇ ਇਹ ਤਾਂ ਚਲੋ ਵਧੀਆ ਨੀਂਦ ਸੋ ਰਿਹਾ ਹੈ, ਪਰ ਉਹ ਵਧੀਆ ਨੀਂਦ ਨਹੀਂ ਸੋ ਰਿਹਾ, ਉਹ ਸੋ ਰਿਹਾ ਹੈ ਉਹਦੇ ਆਬਸਟਰਕਸ਼ਨ 에ਅਰਵੇ ਕਰਕੇ, ਸਾਹ ਰੁਕਦਾ ਉਹਦਾ। ਕਈ ਵਾਰ ਤੁਸੀਂ ਸੁਣਿਆ, ਆਪਾਂ ਘਰ ਸੁਣਿਆ, ਉਹ ਸੁੱਤੇ ਹੀ ਚਲੇ ਗਏ। ਹਾਂਜੀ। ਬਟ ਥੀਸ ਆਰ ਦ ਰੀਜ਼ਨਸ ਬਿਹਾਈਂਡ ਜੋ ਕਿ ਓਬੈਸਿਟੀ ਇਹਦੇ ਪਿੱਛੇ ਹੈ। ਜਿਹੜੇ ਆਪਣੀਆਂ ਫੈਟ ਹੈ, ਮੋਟਾਪਾ ਹੈ, ਇਹ ਜਿਹੜੇ ਫੈਟ ਡ੍ਰੌਪਲੇਟਸ ਹੈ, ਇਹ ਕਿਤੇ ਵੀ ਜਾ ਕੇ ਕਿਤੇ ਬਲੌਕ ਕਰ ਸਕਦੇ ਆ। ਆਪਾਂ ਦੇਖ ਰਹੇ ਹਾਂ ਅੱਜ ਕੱਲ ਅਧਰੰਗ ਹੋ ਰਿਹਾ ਹੈ, ਸੀਵੀਏ ਦੇ ਅਟੈਕਸ ਵੱਧ ਰਹੇ ਹੈ, ਹਾਰਟ ਅਟੈਕਸ ਵੱਧ ਰਹੇ ਹੈ। ਥੀਸ ਆਰ ਆਲ ਬਿਕੋਜ਼ ਆਫ ਫੈਟ ਡ੍ਰੌਪਲੇਟਸ ਕਾਜ਼ਿੰਗ different disease which is linked to morbid, मतलब खतरनाक बीमारी ਦਾ ਰੂਪ ਲੈਂਦਾ ਜਾ ਰਿਹਾ ਹੈ। ਜੀ। ਤਾਂ ਫਿਰ ਮੈਂ ਜ਼ਰੂਰ ਇੱਥੇ ਜਾਣਨਾ ਚਾਹੂੰਗੀ ਕਿ ਪਤਾ ਚੱਲੇ ਕਿ ਆਖਿਰ ਕੀ ਰੀਜ਼ਨਸ ਰਹਿੰਦੇ ਨੇ, ਤਾਂ ਕਿ ਸਾਰੇ ਅਵੇਅਰ ਰਹਿ ਸਕਣ, ਕੀ ਰੀਜ਼ਨਸ ਨੇ ਓਬੈਸਿਟੀ ਦੇ। ਦੇਖੋ, ਆਪਾਂ ਸਭ ਨੂੰ ਪਤਾ, ਆਪਾਂ ਬੰਦਰਾਂ ਤੋਂ ਇਨਸਾਨ ਵਾਲਾ ਆਇਆ। ਆਪਣਾ ਕੰਮ ਸੀ ਜੰਗਲਾਂ 'ਚ ਰਹਿਣਾ। ਜੀ। ਆਪਾਂ ਜੰਗਲਾਂ 'ਚ ਦੌੜਦੇ ਸੀ, ਭੱਜਦੇ ਸੀ, ਲੋਕੀ ਆਪਣਾ ਸ਼ਿਕਾਰ ਲੱਭਦੇ ਸੀ। ਬਿਲਕੁਲ। ਬਟ ਨਾਓ ਦ ਸਿਸਟਮ ਹੈਜ਼ ਚੇਂਜਡ। ਦੇ ਹੈਵ ਕਮ। ਪਹਿਲਾਂ ਵੀ ਦੇਖੋ, ਹੌਲੀ ਬਹੁਤ ਫਾਸਟ ਸਾਇੰਸ ਨੇ ਤਰੱਕੀ ਕੀਤੀ ਹੈ। ਆਪਾਂ ਆਪਣੇ ਕੰਫਰਟ ਜ਼ੋਨ ਵੱਲ ਬਹੁਤ ਜ਼ਿਆਦਾ ਆ ਗਏ ਆ। ਨਾਓ ਵੀ ਹੈਵ ਕਮ ਫਰਮ ਮੋਬਾਈਲਸ, ਲੈਪਟॉप्स, कार्स। ਲੋਕਾਂ ਨੇ ਸਾਈਕਲ ਚਲਾਣੇ ਬੰਦ ਕਰਤੇ, ਲੋਕਾਂ ਨੇ ਚੱਲਣਾ ਫਿਰਨਾ ਬੰਦ ਕਰ ਦਿੱਤਾ ਹੈ। ਬਿਲਕੁਲ। ਐਵਰੀਥਿੰਗ ਇਜ਼ ਔਨ ਫਿੰਗਰਸ। ਫਿਜ਼ੀਕਲ ਐਕਟੀਵਿਟੀ ਘਟ ਗਈ ਹੈ। ਬਿਲਕੁਲ ਜੀ। ਠੀਕ ਹੈ। ਲੋਕੀ ਪਹਿਲਾਂ ਕਿਤੇ ਬਾਹਰ ਵੀ ਜਾਂਦੇ ਸੀ, ਘੁੰਮਣ ਫਿਰਨ ਜਾਂਦੇ ਸੀ, ਤੁਰਦੇ ਫਿਰਦੇ ਸੀ, ਸੈਰ ਕਰਨ ਜਾਂਦੇ ਸੀ, ਇਹ ਕੰਮ ਐਵੇਂ ਦੇ ਸੀਗੇ। ਨਾਓ ਐਵਰੀਥਿੰਗ ਹੈਜ਼ ਚੇਂਜਡ। ਦ ਲਾਈਫ ਸਟਾਈਲ ਬਿਕਮ ਸੈਡੈਂਟਰੀ ਮਤਲਬ ਹਰ ਚੀਜ਼ ਬਹਿ ਕੇ ਹੋ ਜਾਂਦੀ ਹੈ। ਨੰਬਰ 1। ਨੰਬਰ 2, ਵੈਸਟਰਨਾਈਜੇਸ਼ਨ ਇੰਨੀ ਜ਼ਿਆਦਾ ਆ ਗਈ ਹੈ, ਜੋ ਆਪਣੇ ਘਰ ਦਾ ਖਾਣਾ ਸੀ ਉਹ ਚੇਂਜ ਹੁੰਦਾ ਜਾ ਰਿਹਾ। ਇਟ ਇਜ਼ ਕਮਿੰਗ ਟੂ ਫਰਮ ਫਾਸਟ ਫੂਡ, ਫਰਮ ਪੀਜ਼ਾ, ਬਰਗਰ। ਬਿਲਕੁਲ। ਐਂਡ ਬਾਬਾ ਛੋਟੇ ਬੱਚੇ ਨੂੰ ਵੀ ਕੋਲਡ ਡਰਿੰਕ ਲਾ ਕੇ ਕਹਿੰਦਾ ਖੁਸ਼ ਹੋ ਜਾਂਦਾ ਕਿ ਬੱਚਾ ਟਿਕਿਆ ਰਹੇ। ਬਿਲਕੁਲ। ਬਚਪਨ ਤੋਂ ਹੀ the system is changing, so that's why it is turning into a big disease now। ਬਿਲਕੁਲ। ਤੇ ਪਰ ਹਰ ਕੋਈ ਅੱਜ ਕੱਲ ਜਾਣਨਾ ਚਾਹੁੰਦਾ, ਕਿਉਂਕਿ ਹਰ ਕੋਈ, ਅਸੀਂ ਜਾਣਦੇ ਆ ਕਿ ਹਰ ਕੋਈ ਮੋਟਾਪੇ ਤੋਂ ਪਰੇਸ਼ਾਨ ਹੈ, ਪਰ ਸਹੀ ਰਸਤਾ, ਸਹੀ ਟ੍ਰੀਟਮੈਂਟ ਵੀ ਹਰ ਕੋਈ ਜਾਣਨਾ ਚਾਹੁੰਦਾ। ਤਾਂ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ, ਕਿਉਂਕਿ ਤੁਸੀਂ ਸਪੈਸ਼ਲਿਸਟ ਹੋ weight loss ਦੇ ਵਿੱਚ, ਤਾਂ ਮੈਂ ਜ਼ਰੂਰ ਤੁਹਾਡੀ ਜ਼ੁਬਾਨੀ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਨੇ। ਦੇਖੋ, the best way to lose weight is dieting and exercise। ਜੀ।
ਡਾਈਟਿੰਗ ਐਂਡ ਐਕਸਰਸਾइज ਇੱਕ ਨੈਚੁਰਲ ਵੇ ਹੈ weight loss ਕਰਨ ਦਾ। ਜੀ ਜੀ ਠੀਕ ਹੈ, ਪਰ ਉਹ ਇੱਕ ਲੈਵਲ ਤੱਕ ਕਰ ਸਕਦਾ ਹੈ। ਪਰ ਜੇ ਇੱਕ ਬੰਦੇ ਦਾ ਵਜਨ 40 ਕਿਲੋ 50 ਕਿਲੋ ਵੱਧ ਗਿਆ, ਬਿਲਕੁਲ ਠੀਕ ਹੈ, ਤੇ ਉਹਨੂੰ 50 ਕਿਲੋ ਦਾ ਇੱਕ ਬੋਰਾ ਚੱਕ ਕੇ ਉਹ 24 ਘੰਟੇ 365 ਦਿਨ ਨਹੀਂ ਤੁਰ ਸਕਦਾ। ਜੇ ਆਪਾਂ ਇੱਕ ਫੌਜੀ ਨੂੰ ਵੀ ਕਹਿ ਦਈਏ ਜੇ ਫਿੱਟ ਹੈ ਤਾਂ 50 ਕਿਲੋ ਦੀ ਇੱਕ ਬੋਰੀ ਚੱਕ ਕੇ ਤੁਰ, ਉਹ ਵੀ ਥੋੜੀ ਦੇਰ ਬਾਅਦ ਸਿੱਟ ਦੂਗਾ। ਔਰ ਇੰਨੇ weight ਨਾਲ ਐਕਸਰਸਾਈਜ਼ ਕਰਨੀ ਵੀ ਬਿਲਕੁਲ। ਜੇ ਅਸੀਂ ਕਿਸੇ ਪੇਸ਼ੈਂਟ ਨੂੰ ਕਹਿੰਦੇ ਆ ਤੁਸੀਂ 10 ਕਿਲੋਮੀਟਰ ਸੈਰ ਕਰੋ, ਉਹ ਕਹੇਗਾ ਡਾਕਟਰ ਸਾਹਿਬ ਪਾਗਲ ਹੋ ਗਏ, ਜੇ ਸਾਨੂੰ 10 ਕਦਮ ਤੁਰ ਕੇ ਸਾਹ ਚੜਦਾ ਹੈ ਤਾਂ ਅਸੀਂ 10 ਕਿਲੋਮੀਟਰ ਸੈਰ ਕਿਵੇਂ ਕਰ ਸਕਦੇ? ਬਿਲਕੁਲ। ਇਹ ਨਾਲ ਤੁਸੀਂ ਦੂਜੀ ਗੱਲ ਨੋਟ ਕੀਤੀ ਹੋਣੀ ਕਿ ਜਿੰਨੇ ਵੀ ਮੋਟੇ ਬੰਦੇ ਹੈ ਉਹ ਬਹੁਤ ਜ਼ਿਆਦਾ ਖਾਣਾ ਨਹੀਂ ਖਾਂਦੇ। ਤੁਸੀਂ ਘਰ 'ਚ ਦੋ ਬੱਚੇ ਦੇਖ ਲਓਗੇ, ਇੱਕ ਬੱਚਾ ਸੇਮ ਰੋਟੀ ਖਾਂਦੇ, ਇੱਕ ਦਾ weight ਬਹੁਤ ਜ਼ਿਆਦਾ ਹੈ, ਇੱਕ ਜੇ ਘੱਟ ਵੀ ਖਾਂਦਾ ਉਹਦਾ ਵਜ਼ਨ ਜ਼ਿਆਦਾ ਹੁੰਦਾ ਹੈ। ਸੋ देयर आर जेनेटिक रीजंस फॉर दैट आल्सो। ਇਸ ਕਰਕੇ ਆਪਾਂ ਜੇ ਕਹੀਏ ਕਿ ਮੋਟਾਪਾ ਇੱਕ ਲੈਵਲ ਤੱਕ ਤਾਂ ਬੰਦਾ ਆਪਣੀ ਡਾਈਟਿੰਗ ਐਕਸਰਸਾਈਜ਼ ਤੋਂ ਵਾਪਸ ਆ ਸਕਦਾ ਹੈ, ਬਟ ਇੱਕ ਲੈਵਲ ਤੋਂ ਬਾਅਦ ਉਹਨੂੰ ਸਾਇੰਸ ਦੀ ਮਦਦ ਲੈਣ ਦੀ ਲੋੜ ਪੈਂਦੀ ਹੈ। ਬਿਲਕੁਲ ਜੀ। ਇਹ ਮਦਦ ਲੈਣ ਨਾਲ ਬੰਦੇ ਦੀ ਲਾਈਫ ਅਗੇਨ ਆਉਣ ਵਾਲੀ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦਾ ਹੈ, ਬਿਮਾਰੀਆਂ ਤੋਂ ਬਚ ਵੀ ਸਕਦਾ ਹੈ ਤੇ ਆਪਣੀ ਜ਼ਿੰਦਗੀ ਲੰਬੀ ਤੇ ਸੌਖੀ ਕਰ ਸਕਦਾ ਹੈ। ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਸਾਡੇ ਦਰਸ਼ਕ ਜਿਹੜੇ ਸ਼ੋਅ ਵੇਖ ਰਹੇ ਨੇ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਰੱਖਣਗੇ। ਤੁਹਾਡੇ ਘਰ ਵਿੱਚ ਤੁਹਾਡੇ ਆਸ-ਪਾਸ ਕੋਈ ਮਰੀਜ਼ ਨੂੰ ਘਰੋਂ ਛੁੱਟੀ ਕਰ ਦਿੱਤੀ ਜਾਂਦੀ ਹੈ, ਕੋਈ ਚੀਰ-ਫਾੜ ਨਹੀਂ ਹੈ, ਕੋਈ ਟਾਂਕੇ ਚੀਰੇ ਨਹੀਂ ਹੈ, ਠੀਕ ਹੈ, ਦੁਬਾਰਾ ਆਪਣੀ ਨਾਰਮਲ ਐਕਟੀਵਿਟੀ ਤੇ ਬੰਦਾ ਆਪਣੇ ਨਾਰਮਲ ਜੌਬ ਤੇ 5 ਤੋਂ 7 ਦਿਨਾਂ ਬਾਅਦ ਜਾ ਸਕਦਾ ਹੈ। ਓਕੇ ਜੀ ਜੀ ਜੀ। ਕੋਈ ਵੀ ਲਾਈਫ ਟਾਈਮ ਕੋਈ ਐਸ ਸੱਚ ਕੋਈ ਬਿਮਾਰੀਆਂ ਇਸ ਤੋਂ ਨਹੀਂ ਲੱਗਦੀਆਂ। ਇਨਫੈਕਟ ਸਾਰੀ ਬਿਮਾਰੀਆਂ ਤੋਂ ਬੰਦਾ ਛੁਟਕਾਰਾ ਪਾਉਂਦਾ ਹੈ। ਜੀ ਬੇਸਿਕਲੀ 2-3 ਟਾਈਪ ਦੀ ਸਰਜਰੀ ਹੁੰਦੀ ਹੈ। ਮੋਟਾ ਜੋ ਪੰਜਾਬੀ ਚ ਆਪਾਂ ਕਹਿੰਦੇ ਨਿਚੋੜ ਐਵੇਂ ਹੈ, ਇੱਕ ਸਰਜਰੀ ਹੁੰਦੀ ਹੈ ਆਪਾਂ ਨੂੰ ਕਿਉਂ ਮੋਟਾਪਾ ਵਧ ਰਿਹਾ, ਆਪਾਂ ਜਮਾ ਕਰਦੇ ਜਾ ਰਹੇ, ਖਰਚ ਨਹੀਂ ਕਰ ਰਹੇ। ਬਿਲਕੁਲ ਜੀ ਜੀ ਠੀਕ ਹੈ। ਇੱਕ ਸਰਜਰੀ ਹੁੰਦੀ ਹੈ ਅਸੀਂ ਜਮਾ ਕਰਨਾ ਘਟਾ ਦਿੰਦੇ ਆ, ਰਿਸਟ੍ਰਿਕਟ ਕਰ ਦਿੰਦੇ ਆ ਖਾਣ ਪੀਣ ਨੂੰ। ਓਕੇ ਠੀਕ ਹੈ। ਇੱਕ ਹੁੰਦੀ ਹੈ ਅਸੀਂ ਬੰਦੇ ਦੇ ਜਿਹਨੂੰ ਕਹਿੰਦੇ ਆਪਾਂ ਪਾਣੀ ਵੀ ਕਿਉਂ ਵਾਂਗੂ ਲੱਗਦਾ ਹੈ, ਅਸੀਂ ਪਾਚਨ ਕਿਰਿਆ ਕਈਆਂ ਦੀ ਘਟਾ ਦਿੰਦੇ, ਜਿਹਨੂੰ ਬਾਈਪਾਸ ਸਰਜਰੀ ਕਹਿੰਦੇ ਆ। ਉਹ ਸਰਜਰੀ ਡਿਪੈਂਡ ਅਪਨ ਦਾ ਪੇਸ਼ੈਂਟ, ਡਿਪੈਂਡ ਅਪਨ ਪੇਸ਼ੈਂਟ ਦੀ ਬਿਮਾਰੀਆਂ, ਡਿਪੈਂਡ ਅਪਨ ਦਾ ਪੇਸ਼ੈਂਟ weight। ਅਸੀਂ ਉਸ ਹਿਸਾਬ ਨਾਲ ਪੇਸ਼ੈਂਟ ਦੀ 10 ਤੋਂ 15 ਟਾਈਪ ਦੀ ਸਰਜਰੀ ਹੁੰਦੀ ਹੈ। ਉਸ ਹਿਸਾਬ ਨਾਲ ਹਰ ਪੇਸ਼ੈਂਟ ਦਾ ਕੀ ਇੰਡੀਕੇਸ਼ਨ ਹੈ, ਕੀ ਰਿਕੁਆਇਰਮੈਂਟ ਹੈ, ਉਸ ਹਿਸਾਬ ਨਾਲ ਸਰਜਰੀ ਕੀਤੀ ਜਾਂਦੀ ਹੈ, ਜਿਸ ਨਾਲ ਉਹਦਾ weight loss ਹੁੰਦਾ ਹੈ। weight loss ਦੇ ਨਾਲ there are high chances ਕਿ ਉਹਦੀ ਸਾਰੀ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ। ਓਕੇ ਬਿਲਕੁਲ। ਸੋ ਯਾਨੀ ਅਗਰ ਕਿੰਨਾ ਵੀ ਤੁਹਾਡਾ ਮੋਟਾਪਾ ਹੈ, ਕਿੰਨੀ ਵੀ ਤੁਸੀਂ ਪ੍ਰੋਬਲਮ ਦੇ ਵਿੱਚ ਹੋ, ਉਸ ਦਾ ਸੋਲੂਸ਼ਨ ਅੱਜ ਵੀ ਅਵੇਲੇਬਲ ਹੈ। ਸੋ ਤੁਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਅਗਰ ਲੈਣਾ ਚਾਹੁੰਦੇ ਹੋ ਤਾਂ ਨੰਬਰ ਵੀ ਡਿਸਪਲੇ ਹੋ ਰਿਹਾ, ਤੁਸੀਂ ਜਾਣਕਾਰੀ ਜ਼ਰੂਰ ਲੈ ਸਕਦੇ ਹੋ, ਕਿਉਂਕਿ ਇਸ ਸਮੱਸਿਆ ਨੂੰ ਹੀ ਸਮਝ ਸਕਦਾ ਹੈ ਜੋ ਇਸ ਸਮੱਸਿਆ ਤੋਂ ਜੂਝ ਰਿਹਾ ਹੈ। ਜਿਸ ਤਨ ਲਾਗੇ ਵਹੀ ਜਾਣੇ। ਸੋ ਬਿਲਕੁਲ ਤੁਸੀਂ ਇਹ ਇੱਕ ਮੋਟਾਪੇ ਨੂੰ ਨਾਰਮਲੀ ਨਹੀਂ ਲੈਣਾ ਚਾਹੀਦਾ। ਇੱਕ ਬਿਮਾਰੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹੋਈਆਂ ਨੇ। ਸੋ ਤੁਹਾਡਾ ਕੋਈ ਕਰੀਬੀ ਹੈ ਤਾਂ ਤੁਸੀਂ ਉਸਨੂੰ ਇਹਨਾਂ ਬਿਮਾਰੀਆਂ ਤੋਂ ਜ਼ਰੂਰ ਬਚਾ ਸਕਦੇ। ਇੱਕ ਸਵਾਲ ਹੋਰ ਜਾਂਦੇ ਪੁੱਛਣਾ ਚਾਹੂੰਗੀ ਕਿ ਕੀ ਜਿਹੜੀ ਇਹ ਸਰਜਰੀ ਦੀ ਆਪਾਂ ਗੱਲ ਕਰਦੇ ਆ ਕਿ ਇਹ ਇੰਸ਼ੋਰੈਂਸ ਦੇ ਅੰਡਰ ਕਵਰ ਹੁੰਦੀ ਹੈ, ਕਿਉਂਕਿ ਇਹ ਵੀ ਸਵਾਲ ਬਹੁਤ ਹੁੰਦਾ ਹੈ। ਬਿਲਕੁਲ ਦਿਸ ਸਰਜਰੀ ਇਜ਼ ਕਵਰਡ ਅੰਡਰ ਇੰਸ਼ੋਰੈਂਸ। ਇਹ ਸਰਜਰੀ ਹੁਣ ਇੰਸ਼ੋਰੈਂਸ ਚ ਬਿਲਕੁਲ ਕਵਰਡ ਹੈ। IRDAI ਜੋ ਕਿ ਇੰਸ਼ੋਰੈਂਸ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਹੈ, ਉਹਨਾਂ ਨੇ ਇੱਕ 2020 ਚ ਰੈਜ਼ੋਲੂਸ਼ਨ ਪਾਸ ਕੀਤਾ ਸੀ, ਜਿਸ ਦੇ ਤਹਿਤ ਇਹ ਸਰਜਰੀ ਹੁਣ ਇੰਸ਼ੋਰੈਂਸ ਚ ਕਵਰਡ ਹੈ। ਤੇ ਜਿਸ ਕਰਕੇ ਕੋਈ ਵੀ ਮੋਟਾਪੇ ਤੋਂ ਪੀੜਿਤ ਬੰਦਾ ਆਪਣੀ ਸਰਜਰੀ ਇੰਸ਼ੋਰੈਂਸ ਕੰਪਨੀ ਤੋਂ ਗੱਲ ਕਰਕੇ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਕਰਵਾ ਸਕਦਾ ਹੈ। ਜੀ ਜੀ। ਐਂਡ ਸਾਡੇ ਕੋਲ ਬਹੁਤ ਹੀ ਇੰਟਰਨੈਸ਼ਨਲ ਪੇਸ਼ੈਂਟਸ ਵੀ ਆਨੇ। ਇਨਫੈਕਟ ਕਈ ਪੇਸ਼ੈਂਟ, ਸਾਡੇ ਇੱਕ ਪੇਸ਼ੈਂਟ ਦਾ ਐਸਾ ਹੋਇਆ ਕਿ ਉਹ ਸਰਜਰੀ ਕਰਾਉਣ ਆਇਆ, ਕੋਵਿਡ ਚੋਰੇ ਫਸਿਆ ਰਹਿ ਗਿਆ, 7-8 ਮਹੀਨੇ ਬਾਅਦ ਹੀ ਹੈਜ਼ ਟੂ ਮੇਕ ਹਿਸ ਪਾਸਪੋਰਟ ਨਿਊ ਬਿਕॉज ਹੀ ਚੇਂਜ ਸੋ ਮਚ। ਜੀ ਜੀ ਜੀ। ਐਂਡ ਸੋ ਥੀਸ ਥਿੰਗਸ ਆਰ ਵੈਰੀ ਇੰਪੋਰਟੈਂਟ ਬਿਕॉज ਰੱਬ ਨੇ ਜੇ ਆਪਾਂ ਨੂੰ ਸਰੀਰ ਦਿੱਤਾ ਹੈ, ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਅੱਛੀ ਤਰ੍ਹਾਂ ਜੀਣ ਦਾ ਹੱਕ ਹੈ। ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਹੱਕ ਹੈ ਬਿਲਕੁਲ ਚੰਗੀ ਤਰ੍ਹਾਂ ਜੀਣ ਦਾ, ਬਿਕॉज ਮੋਟਾਪੇ ਨਾਲ ਬੰਦਾ ਡਿਪੈਂਡੈਂਟ ਹੋ ਜਾਂਦਾ ਹੈ। ਉਹਨੂੰ ਬਾਥਰੂਮ ਲਈ ਉੱਠਣ ਲਈ ਵੀ ਹੀ ਨੀਡ ਅ ਸਪੋਰਟ। ਐਂਡ ਕੋਈ ਵੀ ਮੋਟਾ ਬੰਦਾ ਖੁਸ਼ ਨਹੀਂ ਹੈ। ਕਿਤੇ ਨਾ ਕਿਤੇ ਚਾਹੇ ਮੂੰਹ ਤੋਂ ਜਿੰਨਾ ਮਰਜ਼ੀ ਕਹੇ ਖਾਂਦੇ ਪੀਂਦੇ ਕਰਦੇ ਆ, ਬਟ ਕਿਤੇ ਨਾ ਕਿਤੇ ਉਹ ਕੋਸ਼ਿਸ਼ ਵੀ ਕਰਦਾ ਹੈ ਐਂਡ ਉਹ ਹਾਰਦਾ ਹੈ, ਫਿਰ ਡਿਪਰੈਸ਼ਨ ਚ ਜਾਂਦਾ ਹੈ, ਫਿਰ ਕੋਸ਼ਿਸ਼ ਕਰਦਾ, ਫਿਰ ਹਾਰਦਾ ਹੈ। ਜੀ ਬਿਲਕੁਲ। ਹੀ ਹੈਜ਼ ਟੂ ਟੇਕ ਦ ਹੈਲਪ ਆਫ ਹਿਸ ਸਾਇੰਸ, ਜੋ ਕਿ ਉਸਨੂੰ ਇਸ ਗੱਲੋਂ ਮਦਦ ਕਰੇਗੀ ਫਿਟ ਰਹਿਣ ਲਈ, ਨਾਰਮਲ ਹੋਣ ਲਈ ਤੇ ਡਿਜ਼ੀਜ਼ ਫ੍ਰੀ ਹੋਣ ਲਈ। ਜੀ। ਤੇ ਸਪੈਸ਼ਲੀ ਇਨ ਕੋਵਿਡ ਟਾਈਮਸ ਸਾਡੇ ਇੱਕ ਪੇਸ਼ੈਂਟ ਹਸਬੈਂਡ ਵਾਈਫ ਨੇ ਬੈਰੀਐਟ੍ਰਿਕ ਸਰਜਰੀ ਕਰਾਈ ਸੀ ਐਂਡ देयर फैमिली वाज मतलब बच्चे ਉਹਨਾਂ ਦੇ ਆਊਟ ਆਫ ਇੰਡੀਆ ਹੈ। ਓਕੇ। ਸੋ ਦੇ ਡਿਡਨਟ ਰਿਕੁਆਇਰ ਐਨੀ ਹਸਪੀਟਲ ਐਡਮਿਸ਼ਨ। ਬਿਕॉज ਕੋਵਿਡ ਇੱਕ ਤਰ੍ਹਾਂ ਨਿਮੋਨੀਆ ਹੈ। ਇੱਕ ਮੋਟੇ ਬੰਦੇ ਜਿਹਨੂੰ ਤੁਰਦੇ ਫਿਰਦੇ ਸਾਹ ਚੜਦਾ ਹੈ, ਜੇ ਉਹਨੂੰ ਕੋਵਿਡ ਹੋ ਜਾਏ ਐਂਡ देयर ਸਰਵਾਈਵਲ ਚਾਂਸਸ ਆਰ ਵੈਰੀ ਡਿਫਿਕਲਟ। ਉਹਨਾਂ ਨੂੰ ਬਹੁਤ ਮੁਸ਼ੱਕਤ ਐਂਡ ਬਹੁਤ ਔਖਾਈ ਨਾਲ ਨਿਕਲਣਾ ਪੈਂਦਾ ਹੈ। ਬਟ ਇਫ ਹੀ ਇਜ਼ ਫਿਟ ਹੀ ਇਜ਼ ਫਾਈਨ। ਆਪਾਂ ਇਹ ਨਿਊਜ਼ ਚ ਕਹਿੰਦੇ ਆ, ਸਭ ਕਹਿੰਦੇ ਯੋਗਾ ਕਰੋ, ਮੈਡੀਟੇਸ਼ਨ ਕਰੋ। ਜਿਹੜਾ ਫਿਟ ਬੰਦਾ ਹੈ ਉਹਨੂੰ ਕੋਵਿਡ ਘੱਟ ਤੰਗ ਕਰ ਰਿਹਾ ਹੈ। ਜਿਹੜਾ ਬੰਦਾ ਓਬੀਜ਼ ਹੈ ਜਾਂ ਜਿਹਨੂੰ ਸ਼ੂਗਰ ਹੈ, ਜਿਹਨੂੰ ਮੋਟਾਪਾ ਹੈ, ਉਹਨੂੰ ਤੰਗ ਕਰ ਰਿਹਾ ਹੈ। ਸੋ ਅੱਜ ਕੱਲ ਦੇ ਟਾਈਮ ਚ it is very very dangerous to have obesity। ਜੀ 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 ਜੀ। ਖਤਰਾ ਆਪਣੇ ਆਲੇ ਦੁਆਲੇ ਹਵਾ ਚ ਘੁੰਮ ਰਿਹਾ। ਬਿਲਕੁਲ। So we have to be safe
for this. ਬਿਲਕੁਲ ਸਹੀ ਕਿਹਾ ਤੁਸੀਂ ਤੇ ਸਾਡਾ ਵੀ ਇਸ ਸ਼ੋਅ ਦੇ ਜ਼ਰੀਏ ਹੀ ਮੈਸੇਜ ਹੈ ਤੁਹਾਨੂੰ ਸਾਰਿਆਂ ਨੂੰ ਕਿ ਖੁਦ ਨੂੰ ਫਿਟ ਰੱਖਣਾ ਤਾਂ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਅਸੀਂ ਜ਼ਿੰਦਗੀ ਵਿੱਚ ਪੈਸੇ ਲਈ ਜਿੰਨਾ ਮਰਜ਼ੀ ਭੱਜੀਏ ਲੇਕਿਨ ਖੁਦ ਨੂੰ ਫਿਟ ਰੱਖਣਾ, ਆਪਣੇ ਆਪ ਨੂੰ ਸਿਹਤਮੰਦ ਰੱਖਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ। ਇਹੀ ਤੁਹਾਡੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਤੇ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗੀ ਕਿ ਇੱਕ ਸੁਨੇਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇ ਕੇ ਜਾਓ ਤਾਂ ਕਿ ਜਿਹੜੇ ਵੀ ਦਰਸ਼ਕ ਇਹ ਸ਼ੋਅ ਵੇਖ ਰਹੇ ਨੇ ਉਹ ਅਵੇਅਰ ਹੋ ਸਕਣ ਇਹਨਾਂ ਸਾਰੀਆਂ ਚੀਜ਼ਾਂ ਤੋਂ। ਮੇਰੇ ਸਾਰੇ ਦਰਸ਼ਕਾਂ ਨੂੰ ਇਹੀ ਰਿਕੁਐਸਟ ਰਹੇਗੀ ਕਿ ਪਰਮਾਤਮਾ ਆਪਾਂ ਨੂੰ ਜ਼ਿੰਦਗੀ ਇੱਕ ਵਾਰੀ ਦਿੰਦਾ ਹੈ। ਆਪਾਂ ਨੂੰ ਜ਼ਿੰਦਗੀ ਅੱਛੀ ਤਰ੍ਹਾਂ ਜੀਣ ਦਾ ਹੱਕ ਹੈ, ਇੰਡੀਪੈਂਡੈਂਟ ਜੀਣ ਦਾ ਹੱਕ ਹੈ, ਖੁਸ਼ ਰਹਿ ਕੇ ਜੀਣ ਦਾ ਹੱਕ ਹੈ, ਬਿਮਾਰੀਆਂ ਤੋਂ ਬਿਨਾਂ ਜੀਣ ਦਾ ਹੱਕ ਹੈ। ਤੋ ਜੇ ਵੀ ਕੋਈ ਬੰਦਾ ਮੋਟਾਪੇ ਤੋਂ ਪੀੜਿਤ ਹੈ ਉਹ ਆਪਣੇ ਆਪ ਨੂੰ ਫਿਟ ਕਰਨ ਦੀ ਕੋਸ਼ਿਸ਼ ਕਰੇ। ਜੇ ਫਿਰ ਵੀ ਆਪਣੇ ਆਪ ਨੂੰ ਫਿਟ ਜਾਂ ਨੋਰਮਲ ਨਹੀਂ ਕਰ ਪਾ ਰਿਹਾ ਤਾਂ ਪਲੀਜ਼ ਆਪਣੇ ਬੈਰੀਐਟ੍ਰਿਕ ਸਰਜਨ ਦੀ ਹੈਲਪ ਲੈ। ਇਹ ਸਰਜਰੀ ਬਹੁਤ ਹੀ ਸੇਫ, ਸੁਰੱਖਿਅਤ ਤੇ ਦੂਰਬੀਨ ਨਾਲ ਕੀਤੀ ਜਾਂਦੀ ਹੈ। ਤੇ ਫਿਰ ਮੇਰਾ ਇਹੀ ਮੈਸੇਜ ਰਹੇਗਾ, ਵੀ ਸ਼ੁੱਡ ਬੀ ਫਿਟ, ਫਾਈਨ, ਹੈਲਦੀ ਐਂਡ ਡਿਜ਼ੀਜ਼ ਫ੍ਰੀ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੋਂ, ਅੱਜ ਦੀ ਡਿਸਕਸ਼ਨ ਤੋਂ ਤੁਹਾਨੂੰ ਮੋਟਾਪੇ ਬਾਰੇ ਕਾਫੀ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ। ਤੇ ਬਾਕੀ ਫਿਰ ਵੀ ਕੋਈ ਸਵਾਲ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। ਤੇ ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨੇ ਖਾਸ ਮੁੱਦੇ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।